ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀਓ। ਪਰਮ ਸਨਮਾਨਿਓ ਗੁਰੂ ਖਾਲਸਾ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਚੱਲ ਰਹੇ ਲੜੀਵਾਰ ਪ੍ਰਸੰਗ ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਜੀ ਦੇ ਅਧਿਆਏ 60ਵੇਂ ਵਿੱਚ ਅੱਜ ਆਪਾਂ ਗੁਰੂ ਜੀ ਦੀ ਸੁਮੇਰ ਪਰਬਤ 'ਤੇ ਗੋਰਖ, ਮਛਿੰਦਰ ਅਤੇ ਲੋਹਰੀਪਾ ਨਾਲ ਚਰਚਾ ਦਾ ਪ੍ਰਸੰਗ ਸਰਵਣ ਕਰਾਂਗੇ। ਆਓ ਬੜੇ ਪ੍ਰੇਮ ਨਾਲ ਇਹ ਪ੍ਰਸੰਗ ਸਰਵਣ ਕਰੀਏ। ਪਿਆਰੀ ਸਾਧ ਸੰਗਤ ਜੀ, ਇਹ ਜਿਹੜੀ ਸ਼੍ਰੀ ਗੁਰੂ ਨਾਨਕ ਪ੍ਰਕਾਸ਼ ਦੀ ਕਥਾ ਚੱਲ ਰਹੀ ਹੈ, ਇਸ ਦੇ ਕਮੈਂਟ ਬਾਕਸ ਵਿੱਚ ਕਈ ਸੱਜਣ ਦਾਸ ਨੂੰ ਕਹਿ ਦਿੰਦੇ ਹਨ ਕਿ ਤੂੰ ਸ਼ਿਵ ਜੀ, ਬ੍ਰਹਮਾ, ਵਿਸ਼ਨੂੰ, ਨਾਰਦ ਮੁਨੀ ਇਹਨਾਂ ਦੇ ਨਾਮ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਨਾਲ ਕਿਉਂ ਜੋੜ ਰਿਹਾ ਹੈ। ਸੋ ਸਾਧ ਸੰਗਤ ਜੀ, ਜਿਵੇਂ ਕਿ ਸ਼੍ਰੀ ਜਪਜੀ ਸਾਹਿਬ ਵਿੱਚ ਤੁਕ ਆਉਂਦੀ ਹੈ, ਏਕਾ ਮਾਈ ਜੁਗਤ ਵਿਆਈ, ਤਿੰਨ ਚੇਲੇ ਪਰਵਾਨ, ਇੱਕ ਸੰਸਾਰੀ, ਇੱਕ ਭੰਡਾਰੀ, ਇੱਕ ਲਾਏ ਦੀ ਬਾਣ। ਜਿਹੜਾ ਪ੍ਰਾਈਮ ਮਿਨਿਸਟਰ ਹੁੰਦਾ ਉਹ ਆਪ ਕਦੇ ਛੋਟੇ ਮੋਟੇ ਕੰਮ ਨਹੀਂ ਕਰਦਾ। ਉਸ ਦੇ ਅੱਗੇ ਨੌਕਰ ਚਾਕਰ ਹੁੰਦੇ ਹਨ ਜਿਹੜੀ ਆਪਣੀ ਆਪਣੀ ਡਿਊਟੀ ਕਰਦੇ ਹਨ। ਪ੍ਰਾਈਮ ਮਿਨਿਸਟਰ ਦੇ ਅੰਡਰ ਕਈ ਮਿਨਿਸਟਰ ਅਤੇ ਅਫਸਰ ਹੁੰਦੇ ਹਨ ਜਿਹੜੀ ਮੁਲਕ ਦੀ ਕਾਰ ਨੂੰ ਚਲਾਉਂਦੇ ਹਨ। ਉਸੇ ਪ੍ਰਕਾਰ ਪਰਮਾਤਮਾ ਦੇ ਤਿੰਨ ਚੇਲੇ ਹਨ, ਬ੍ਰਹਮਾ, ਵਿਸ਼ਨੂੰ, ਮਹੇਸ਼, ਜਿਹੜੇ ਹੁਣ ਵੀ ਬੰਦੇ ਨੂੰ ਘੜਨ ਦਾ ਕੰਮ ਕਰਦੇ ਹਨ, ਉਸ ਨੂੰ ਰੋਜ਼ੀ ਰੋਟੀ ਦੇਣ ਦਾ ਕੰਮ ਕਰਦੇ ਹਨ ਅਤੇ ਮੌਤ ਤੋਂ ਬਾਅਦ ਉਸ ਨੂੰ ਲੈ ਕੇ ਜਾਣ ਦਾ ਕੰਮ ਕਰਦੇ ਹਨ। ਇਸ ਗੱਲ ਨੂੰ ਸਾਰੇ ਸਮਝੋ। ਅਸੀਂ ਇਹਨਾਂ ਦੇ ਉਪਾਸ਼ਕ ਨਹੀਂ ਹਾਂ, ਅਸੀਂ ਕੇਵਲ ਪਰਮਾਤਮਾ ਦੇ ਉਪਾਸ਼ਕ ਹਾਂ। ਪਰ ਇਹ ਸਾਰੇ ਦੇਵੀ ਦੇਵਤੇ ਮਹਾਂਪੁਰਸ਼ਾਂ ਅਤੇ ਅਵਤਾਰਾਂ ਕੋਲ ਆਉਂਦੇ ਜਾਂਦੇ ਰਹਿੰਦੇ ਹਨ। ਇਹ ਨਹੀਂ ਕਿ ਇਹ ਸਿਰਫ ਹਿੰਦੂਆਂ ਦੇ ਹਨ, ਇਹ ਸਿੱਖਾਂ ਵਾਸਤੇ ਵੀ ਉਹੀ ਨੇ। ਸਿੱਖ ਕੋਈ ਅਲੱਗ ਮਿੱਟੀ ਦਾ ਨਹੀਂ ਬਣਿਆ ਹੋਇਆ, ਪਰ ਜਿਹੜਾ ਭਗਤੀ ਕਰਕੇ ਅੰਮ੍ਰਿਤ ਛਕ ਕੇ ਪਰਮ ਪਦ ਪਾ ਲੈਂਦਾ ਹੈ, ਉਸ ਦਾ ਇਹਨਾਂ ਨਾਲ ਕੋਈ ਵਾਹ ਵਾਸਤਾ ਨਹੀਂ। ਇੱਕ ਆਮ ਸਿੱਖ ਜਿਸ ਨੇ ਕਦੇ ਭਗਤੀ ਨਹੀਂ ਕੀਤੀ, ਸੇਵਾ ਨਹੀਂ ਕੀਤੀ, ਉਹ ਕਿਸ ਤਰ੍ਹਾਂ ਇਹਨਾਂ ਦੀ ਕਚਹਿਰੀ ਤੋਂ ਬਚ ਸਕਦਾ ਹੈ। ਸੋ ਬਹਿਸ ਕਰਨ ਤੋਂ ਪਹਿਲਾਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਜੋ ਗੁਰੂ ਸਾਹਿਬ ਜੀ ਨੇ ਲਿਖਿਆ ਹੈ, ਉਸ ਨੂੰ ਪਹਿਲਾਂ ਵਿਚਾਰ ਕਰ ਲੈਣਾ ਬਹੁਤ ਜ਼ਰੂਰੀ ਹੈ। ਉਸ ਤੋਂ ਬਾਅਦ ਹੀ ਆਪ ਜੀ ਕਮੈਂਟ ਬਾਕਸ ਵਿੱਚ ਆਪਣੀ ਰਾਏ ਦੇ ਸਕਦੇ ਹੋ। ਸ਼ੰਕਰ, ਨਾਰਦ, ਸੇਖ ਨਾਗ, ਮੁਨ, ਧੂਰ ਸਾਧੂ ਕੀ ਲੋਚੀਜੈ। ਸ਼ਿਵ ਜੀ, ਨਾਰਦ, ਸ਼ੇਸ਼ ਨਾਗ ਅਤੇ ਖਾਮੋਸ਼ ਰਿਸ਼ੀ ਸੰਤਾਂ ਦੇ ਪੈਰਾਂ ਦੀ ਧੂੜ ਨੂੰ ਤਰਸਦੇ ਹਨ। ਤੁਸੀਂ ਇਹ ਪੰਕਤੀ ਜੋ ਕਿ ਅੰਗ 1326 ਤੇ ਹੈ, ਇਸ ਨੂੰ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚੋਂ ਕਿਵੇਂ ਕੱਢ ਸਕਦੇ ਹੋ? ਇਹ ਸਾਰੇ ਦੇਵੀ ਦੇਵਤੇ ਸੰਤਾਂ ਕੋਲ ਅਤੇ ਮਹਾਂਪੁਰਸ਼ਾਂ ਕੋਲ ਹਮੇਸ਼ਾ ਆਉਂਦੇ ਰਹਿੰਦੇ ਹਨ ਅਤੇ ਆਉਂਦੇ ਰਹਿਣਗੇ, ਕਿਉਂਕਿ ਸੰਤਾਂ ਮਹਾਂਪੁਰਸ਼ਾਂ ਦੀ ਚਰਨ ਧੂੜ ਨੂੰ ਇਹ ਹਮੇਸ਼ਾ ਲੋਚਦੇ ਰਹਿੰਦੇ ਹਨ। ਸੋ ਸਾਧ ਸੰਗਤ ਜੀ, ਇਹ ਕਥਾ ਸ਼੍ਰੀ ਗੁਰਪ੍ਰਤਾਪ ਸੂਰਜ ਪ੍ਰਕਾਸ਼ ਗ੍ਰੰਥ ਵਿੱਚੋਂ ਲਈ ਜਾਂਦੀ ਹੈ, ਜੋ ਕਿ SGPC ਵੱਲੋਂ ਪ੍ਰਮਾਣਿਤ ਗ੍ਰੰਥ ਹੈ ਔਰ ਇੰਡੀਆ ਵਿੱਚ ਕਮ ਸੇ ਕਮ 500 ਗੁਰਦੁਆਰਿਆਂ ਵਿੱਚ ਹਰ ਰੋਜ਼ ਇਸ ਦੀ ਕਥਾ ਹੁੰਦੀ ਹੈ। ਜਿੰਨੀਆਂ ਵੀ ਪੁਰਾਤਨ ਸੰਪਰਦਾਵਾਂ ਹਨ, ਚਾਹੇ ਉਹ ਹਜ਼ੂਰ ਸਾਹਿਬ ਹੋਵੇ, ਚਾਹੇ ਉਹ ਦਮਦਮੀ ਟਕਸਾਲ ਹੋਵੇ, ਸਾਰੀਆਂ ਥਾਵਾਂ 'ਤੇ ਇਸ ਦੀ ਕਥਾ ਹੁੰਦੀ ਹੈ। ਹੋਰ ਜਿੰਨੇ ਵੀ ਉੱਚ ਕੋਟੀ ਦੇ ਬ੍ਰਹਮ ਗਿਆਨੀ ਅਤੇ ਮਹਾਂਪੁਰਸ਼ ਹੋਏ ਹਨ, ਸਾਰਿਆਂ ਨੇ ਸੂਰਜ ਪ੍ਰਕਾਸ਼ ਗ੍ਰੰਥ ਦੀ ਕਥਾ ਸੁਣ ਕੇ ਹੀ ਅੱਗੇ ਸਿੱਖੀ ਦਾ ਪ੍ਰਚਾਰ ਕੀਤਾ। ਸੋ ਸਾਧ ਸੰਗਤ ਜੀ, ਜਿਹੜੇ ਨਿੰਦਕ ਹਨ, ਜਿਨ੍ਹਾਂ ਨੇ ਕਦੇ ਭਗਤੀ ਨਹੀਂ ਕੀਤੀ, ਕਦੇ ਸੇਵਾ ਨਹੀਂ ਕੀਤੀ, ਕਦੇ ਗੁਰਦੁਆਰੇ ਨਹੀਂ ਗਏ, ਉਹਨਾਂ ਨੇ ਤਾਂ ਹਮੇਸ਼ਾ ਨਿੰਦਿਆ ਕਰਦੇ ਹੀ ਰਹਿਣਾ ਹੈ। ਤੁਸੀਂ ਉਹਨਾਂ ਦਾ ਧਿਆਨ ਨਹੀਂ ਦੇਣਾ ਅਤੇ ਗੁਰੂ ਜੀ ਦੀ ਕਥਾ ਸੁਣ ਕੇ ਆਨੰਦ ਦੀ ਪ੍ਰਾਪਤੀ ਕਰਨੀ ਹੈ ਅਤੇ ਆਪਣੇ ਜਨਮ ਮਰਨ ਦੇ ਸਾਰੇ ਦੁੱਖ ਕੱਟਣੇ ਹਨ। ਸ਼੍ਰੀ ਗੁਰੂ ਜੀ ਦੇ ਚਰਨ ਕਮਲਾਂ ਦਾ ਜੋ ਪ੍ਰੇਮ ਹੈ, ਉਸ ਨੂੰ ਪਛਾਣ ਕਿ ਉਹ ਅਸਲ ਵਿੱਚ ਅੰਮ੍ਰਿਤ ਹੈ। ਜੋ ਉਸ ਨੂੰ ਪੀਣਗੇ ਉਹ ਅਮਰ ਤੇ ਅਜਰ ਸੁੱਖ ਪ੍ਰਾਪਤ ਕਰਨਗੇ। ਗੁਰੂ ਜੀ ਨੇ ਸਰੀਰ ਉੱਤੇ ਨਾਮ ਦੇ ਭਜਨ ਦੀ ਚੰਗੀ ਕਵਚ ਪਹਿਨੀ ਹੋਈ ਹੈ, ਜਿਸ ਨੂੰ ਕਰੋੜਾਂ ਦਲੀਲਾਂ ਰੂਪੀ ਤਲਵਾਰਾਂ ਵੀ ਨਹੀਂ ਕੱਟ ਸਕਦੀਆਂ ਹਨ। ਇਸ ਪ੍ਰਕਾਰ ਗੁਰੂ ਜੀ ਸੁਮੇਰ ਪਰਬਤ ਵੱਲ ਚੱਲ ਪਏ। ਸੁਮੇਰ ਪਰਬਤ 'ਤੇ ਸਿੱਧ ਸ਼ਕਤੀਆਂ ਸਹਿਤ ਹੰਕਾਰ ਧਾਰਨ ਕਰਕੇ ਰਹਿ ਰਹੇ ਸਨ। ਜਿਸ ਪ੍ਰਕਾਰ ਉੱਥੇ ਹੋਈ, ਉਸ ਪ੍ਰਕਾਰ ਹੁਣ ਆਪਾਂ ਸਰਵਣ ਕਰਾਂਗੇ।
ਦੂਸਰੇ ਪਾਸੇ ਗੋਰਖ ਜੋਗੀ ਦਾ ਵੀ ਆਪਾਂ ਸਰਵਣ ਕਰਾਂਗੇ। ਉਸਨੇ ਆਪਣੇ ਹਿਰਦੇ ਵਿੱਚ ਕਿਵੇਂ ਠਾਣੀ ਹੋਈ ਸੀ। ਭਰਥਰ ਜੋਗੀ ਪਹਿਲਾਂ ਗੁਰੂ ਜੀ ਨੂੰ ਜਦ ਮਿਲੇ ਤਾਂ ਉਹਨਾਂ ਨੇ ਗੁਰੂ ਜੀ ਦੇ ਸਾਰੇ ਬਚਨ ਸੁਣੇ ਸਨ। ਤਦ ਉਹ ਗੋਰਖ ਜੋਗੀ ਪਾਸ ਚਲੇ ਗਿਆ ਤੇ ਹੱਥ ਜੋੜ ਕੇ ਗੋਰਖ ਦੇ ਚਰਨਾਂ 'ਤੇ ਸਿਰ ਧਰ ਕੇ ਕਿਹਾ, ਹੇ ਗੁਰੂ ਜੀ, ਪ੍ਰਭੂ ਨੇ ਆਪ ਅਵਤਾਰ ਧਾਰਿਆ ਹੈ। ਤਦ ਮੈਨੂੰ ਨਾਰਦ ਮਿਲਿਆ ਸੀ ਤੇ ਉਸਨੇ ਮੈਨੂੰ ਸਾਰੀ ਖਬਰ ਦਿੱਤੀ ਸੀ। ਮੈਂ ਇੱਕ ਥਾਂ ਬੈਠਾ ਸੀ ਕਿ ਉਹਨਾਂ ਨੇ ਆ ਕੇ ਪ੍ਰਸ਼ਨ ਉੱਤਰ ਕਰਕੇ ਆਪਣੇ ਸਾਰ ਬਚਨ ਕਹੇ, ਜਿਨ੍ਹਾਂ ਨੂੰ ਸੁਣ ਕੇ ਮੈਂ ਬਹੁਤ ਪ੍ਰਸੰਨ ਹੋਇਆ ਹਾਂ। ਉਹਨਾਂ ਨੂੰ ਕਿਸੇ ਥਾਂ ਜਾ ਕੇ ਮਿਲੋ ਅਤੇ ਆਪਣੇ ਪੰਥ ਵਿੱਚ ਲਿਆਓ। ਉਹਨਾਂ ਨੂੰ ਉਪਦੇਸ਼ ਦਿਓ ਅਤੇ ਜੋਗ ਮਤ ਦੇ ਗੁਣ ਬਿਆਨ ਕਰੋ। ਛੇਤੀ ਹੀ ਆਪ ਜੀ ਨੂੰ ਵਿਸ਼ਾਲ ਜਗਤ ਪੂਜਣ ਲੱਗ ਜਾਏਗਾ ਅਤੇ ਸਾਰੇ ਬ੍ਰਹਿਮੰਡ ਵਿੱਚ ਆਪ ਦੇ ਸ੍ਰੇਸ਼ਟ ਜਸ ਦਾ ਵਿਸਤਾਰ ਹੋਵੇਗਾ। ਮਨ ਵਿੱਚ ਇਹ ਨਾ ਸਮਝਣਾ ਕਿ ਪ੍ਰਭੂ ਸਾਡੇ ਪੰਥ ਵਿੱਚ ਕਿਉਂ ਆਵੇਗਾ। ਰਾਮ ਕ੍ਰਿਸ਼ਨ ਅਵਤਾਰਾਂ ਨੇ ਵੀ ਜਗਤ ਵਿੱਚ ਆ ਕੇ ਗੁਰੂ ਧਾਰਨ ਕੀਤੇ ਸਨ। ਜੇ ਪ੍ਰਭੂ ਜੋਗ ਨੂੰ ਧਾਰ ਲੈਣਗੇ ਤਾਂ ਸਾਰੇ ਜਗਤ ਵਿੱਚ ਸ੍ਰੇਸ਼ਟ ਜਸ ਛਾ ਜਾਏਗਾ। ਇਹ ਸੁਣ ਕੇ ਗੋਰਖ ਨੇ ਮਨ ਵਿੱਚ ਸਮਝਿਆ ਕਿ ਜ਼ਰੂਰ ਕੋਈ ਸ਼ਕਤੀਵਾਨ ਪੁਰਸ਼ ਹੈ। ਸ਼੍ਰੀ ਵਿਸ਼ਨੂੰ ਅਵਤਾਰ ਹੁਣ ਕਲਯੁਗ ਵਿੱਚ ਕਿਉਂ ਹੋਏ ਹਨ। ਸਾਧ ਸੰਗਤ ਜੀ, ਉਹ ਤਾਂ ਇਹ ਸਮਝਦੇ ਸਨ ਕਿ ਇਹ ਵਿਸ਼ਨੂੰ ਅਵਤਾਰ ਹਨ, ਪਰ ਅਸਲ ਵਿੱਚ ਗੁਰੂ ਨਾਨਕ ਸਾਹਿਬ ਜੀ ਪਰਮਾਤਮਾ ਦੀ ਹੀ ਜੋਤ ਸੀ ਔਰ ਉਹਨਾਂ ਤੋਂ ਹੀ ਪ੍ਰਗਟ ਹੋਏ ਸਨ। ਜਾਂ ਆਪਾਂ ਇਹ ਵੀ ਕਹਿ ਸਕਦੇ ਹਾਂ ਕਿ ਪਰਮਾਤਮਾ ਨੇ ਸ਼੍ਰੀ ਗੁਰੂ ਨਾਨਕ ਦੇਵ ਜੀ ਬਣ ਕੇ ਹੀ ਇਸ ਧਰਤੀ 'ਤੇ ਅਵਤਾਰ ਧਾਰਿਆ। ਤਦ ਮੈਂ ਉਸ ਨੂੰ ਜਿੱਤ ਕੇ ਆਪਣੇ ਪੰਥ ਵਿੱਚ ਲਿਆਉਂਦਾ ਹਾਂ। ਇਸ ਤਰ੍ਹਾਂ ਹਿਰਦੇ ਵਿੱਚ ਧਾਰਨ ਕਰਕੇ ਸੁਮੇਰ ਪਰਬਤ ਤੋਂ ਚੱਲ ਪਿਆ। ਉਧਰ ਗੋਰਖ ਨੇ ਜਿਸ ਤਰ੍ਹਾਂ ਕੀਤਾ ਉਸ ਤਰ੍ਹਾਂ ਆਪਾਂ ਸਰਵਣ ਕਰਦੇ ਹਾਂ। ਨਿਪੁੰਨ ਪ੍ਰਭੂ ਜਿਨ੍ਹਾਂ ਦੀ ਬਾਣੀ ਸੁਣ ਕੇ ਸ਼ਾਂਤੀ ਪ੍ਰਾਪਤ ਹੁੰਦੀ ਹੈ, ਅੱਗੇ ਚੱਲ ਪਏ। ਗੁਣਾਂ ਦੀ ਖਾਨ ਭਾਵ ਗੁਰੂ ਜੀ ਸਭ ਸਿੱਧਾਂ ਦਾ ਹੰਕਾਰ ਤੋੜਨ ਵਾਸਤੇ ਗਏ। ਜਦ ਹਿਮਾਲਿਆ ਪਰਬਤ ਉੱਪਰ ਗਏ ਤੇ ਵੇਖ ਕੇ ਮਰਦਾਨਾ ਬੋਲਿਆ, ਸਾਰੇ ਪਾਸੇ ਇੱਥੇ ਚਿੱਟਾ ਹੀ ਚਿੱਟਾ ਥਾਂ ਹੈ। ਭਗਵਾਨ ਨੇ ਇਸ ਦੀ ਕਿਉਂ ਰਚਨਾ ਕੀਤੀ ਹੈ, ਹਿਰਦੇ ਵਿੱਚ ਇਸ ਦੀ ਕੋਈ ਸਮਝ ਨਹੀਂ ਆਉਂਦੀ। ਪਹਾੜ ਦਾ ਨਾਂ ਦੱਸ ਕੇ ਇਹ ਸਾਰਾ ਬਿਰਤਾਂਤ ਸਾਨੂੰ ਸੁਣਾਓ। ਇਸ ਤਰ੍ਹਾਂ ਭਾਈ ਮਰਦਾਨੇ ਨੇ ਗੁਰੂ ਜੀ ਨੂੰ ਕਿਹਾ। ਮਰਦਾਨੇ ਦੀ ਗੱਲ ਆਪਣੇ ਕੰਨਾਂ ਨਾਲ ਸੁਣ ਕੇ ਗੁਰੂ ਜੀ ਆਪਣੇ ਮੁਖ ਤੋਂ ਬੋਲੇ, ਇਸ ਪਹਾੜ ਦਾ ਨਾਂ ਹਿਮਾਲਿਆ ਪਰਬਤ ਹੈ। ਹੋਰ ਜਿਹੜਾ ਤੁਸੀਂ ਸਫੇਦੀ ਵੇਖਦੇ ਹੋ, ਇਹ ਪਹਾੜ ਉੱਤੇ ਬਰਫ਼ ਪਈ ਹੈ, ਜਿਹੜੀ ਜੰਮੀ ਹੋਣ ਕਰਕੇ ਸਫੇਦ ਨਜ਼ਰ ਆਉਂਦੀ ਹੈ ਅਤੇ ਬਹੁਤ ਠੰਡ ਪੈਦਾ ਕਰਦੀ ਹੈ। ਇਸ ਬਰਫ਼ ਵਿੱਚ ਪਾਂਡਵ ਆ ਕੇ ਗਲ ਗਏ ਸਨ। ਜੇ ਇੱਥੇ ਪੰਛੀ ਵੀ ਚਲਾ ਜਾਵੇ ਤਾਂ ਉਹ ਵੀ ਗਲ ਜਾਂਦਾ ਹੈ। ਇੱਕ ਪਾਂਡਵ ਬਚਿਆ ਸੀ, ਧਰਮਰਾਜ ਦਾ ਪੁੱਤਰ ਯੁਧਿਸ਼ਟਰ ਇੱਥੇ ਨਹੀਂ ਸੀ ਆਇਆ। ਉਹ ਸਿੱਧਾ ਹੀ ਦੇਵਪੁਰੀ ਚਲਾ ਗਿਆ ਸੀ। ਸ਼੍ਰੀ ਕਰਤਾਰ ਦੀ ਤੁਹਾਡੇ 'ਤੇ ਦਇਆ ਹੈ। ਤੁਹਾਡੇ ਸਰੀਰ ਨੂੰ ਇਸ ਥਾਂ ਕੋਈ ਦੁੱਖ ਨਹੀਂ ਪੁੱਜਿਆ ਹੈ। ਅੱਗੇ ਗਏ ਤਾਂ ਸਿਰ ਧਾਰ ਨਾਮੀ ਪਹਾੜ ਆਇਆ। ਉਸ ਨੂੰ ਵੇਖ ਕੇ ਗੁਰੂ ਜੀ ਨੇ ਬਚਨ ਕੀਤਾ, ਇਸ ਪਹਾੜ ਵੱਲ ਜਾਣ ਦਾ ਕੋਈ ਰਾਹ ਨਹੀਂ। ਇਸ ਪਹਾੜ ਦੇ ਉੱਤੇ ਜਾਣ ਨਾਲ ਸਿਰ ਹੇਠਾਂ ਵੱਲ ਤੇ ਪੈਰ ਉੱਪਰ ਵੱਲ ਹੋ ਜਾਂਦੇ ਹਨ। ਇੱਥੇ ਕੋਈ ਨਹੀਂ ਆਉਂਦਾ, ਬੜਾ ਮੁਸ਼ਕਿਲ ਪੈਂਡਾ ਹੈ। ਜਿਹੜਾ ਵੀ ਆਉਂਦਾ ਹੈ ਉਹ ਬਹੁਤ ਤਕਲੀਫ ਪਾਉਂਦਾ ਹੈ। ਗੁਰੂ ਜੀ ਜੋ ਸੁੰਦਰ ਬਚਨ ਕਰਦੇ ਹਨ, ਉਹਨਾਂ ਦੇ ਬਚਨ ਭਾਈ ਬਾਲਾ ਜੀ ਅਤੇ ਭਾਈ ਮਰਦਾਨਾ ਜੀ ਬੜੇ ਪ੍ਰੇਮ ਨਾਲ ਸੁਣਦੇ ਹਨ। ਗੋਰਖ ਉਸ ਵੇਲੇ ਨੇੜੇ ਆ ਗਿਆ ਤੇ ਬੋਲਿਆ, ਤੁਸੀਂ ਕੌਣ ਹੋ? ਤੁਹਾਡਾ ਨਾਂ ਕੀ ਹੈ? ਦੇਸ਼ ਛੱਡ ਕਿਹੜੇ ਕੰਮ ਆਏ ਹੋ? ਤੁਹਾਡੀ ਜਾਤ ਕੀ ਹੈ? ਹੁਣ ਕਿੱਥੇ ਜਾ ਰਹੇ ਹੋ? ਪ੍ਰਿਥਵੀ ਵਾਂਗ ਇੱਥੇ ਸੂਰਜ ਨਹੀਂ ਚਮਕਦਾ। ਵੇਖ ਕੇ ਡਰ ਲੱਗਦਾ ਹੈ, ਕਿਉਂਕਿ ਇੱਥੇ ਭਿਆਨਕ ਰਾਖਸ਼ ਰਹਿੰਦੇ ਹਨ। ਅੱਗੇ ਕਿਸ ਤਰ੍ਹਾਂ ਜਾਓਗੇ? ਮੇਰੇ ਬਚਨ ਮੰਨ ਕੇ ਪਿੱਛੇ ਹਟ ਕੇ ਭੱਜ ਜਾਓ ਤਾਂ ਕੋਈ ਦੁੱਖ ਨਹੀਂ ਲੱਗੇਗਾ। ਪੂਰਾ ਗੁਰੂ ਅਪਣਾਓ। ਇਸ ਤਰ੍ਹਾਂ ਜਾਣ ਕੇ ਤਦ ਨਾਮ ਲਵੋ। ਬਿਨਾਂ ਆਈ ਦੇ ਆਪਣੇ ਪ੍ਰਾਣ ਦੇਣ ਕਿਉਂ ਚੱਲੇ ਹੋ? ਗੁਰੂ ਜੀ ਬੋਲੇ, ਸਾਡਾ ਅਚਰਜ ਰੂਪ ਹੈ। ਜਾਤ ਤੇ ਅਜਾਤ ਹੋ ਗਏ ਹਾਂ। ਉਹੀ ਸਾਡਾ ਦੇਸ਼ ਜਾਣ ਲਓ, ਜਿੱਥੇ ਨਾ ਸੂਰਜ ਹੈ ਨਾ ਚੰਦਰਮਾ ਹੈ। ਸਾਡਾ ਹੁਣ ਪਿੱਛੇ ਹਟਣਾ ਬਣਦਾ ਨਹੀਂ। ਜਿੱਥੇ ਜੀ ਕਰਦਾ ਹੈ ਜਾਂਦੇ ਹਾਂ। ਸਾਡੇ ਹਿਰਦੇ ਵਿੱਚ ਜੋ ਡਰ ਹੈ ਉਸ ਡਰ ਨੂੰ ਛੱਡ ਕੇ ਜਾਵਾਂਗੇ। ਦੁੱਖ ਸੁੱਖ ਅਸੀਂ ਬਰਾਬਰ ਜਾਣਦੇ ਹਾਂ। ਇਸ ਸਥਾਨ 'ਤੇ ਚੱਲ ਕੇ ਆਏ ਹਾਂ। ਸਾਡਾ ਗੁਰੂ ਏਕ ਓਂਕਾਰ ਹੈ, ਜਿਸ ਦੇ ਕੋਈ ਬਰਾਬਰ ਨਹੀਂ ਹੈ। ਹੇ ਗੋਰਖ, ਤੂੰ ਹਿਰਦੇ ਵਿੱਚ ਭੁੱਲ ਗਿਆ ਹੈ। ਤੇਰੀ ਸਾਰੀ ਸੋਝੀ ਜਾਂਦੀ ਰਹੀ ਹੈ। ਉਮਰ ਵਧਾ ਕੇ ਮਨ ਦੇ ਘਮੰਡ ਨੂੰ ਵਧਾ ਲਿਆ ਹੈ। ਗੋਰਖ ਨੇ ਕਿਹਾ, ਮਲ ਮੂਤਰ ਦੀ ਤੁਹਾਡੀ ਦੇਹ ਹੈ।
मेरी गल मन लो। कायर जिवें घर विच लाज रहित बोली बोलते हैं, वेखो अगे किस तरह जाओगे, तुहानूं बहुत दुख लगेगा। इस नूं हुण ही जान लो, डर वेख के भज उठोगे। भेस तुहाडा कैसा है, अजिहा भेस अगे कदे नहीं वेख्या। अपने मन का हट छड्ड दिओ, इसे विच ही शुभ कारज है। जद राम जी अते श्री कृष्ण जी ने अपने गुरु धारण किए सन, फिर तुसीं किसी नूं अपना गुरु क्यों नहीं बनाउंदे? गुरु धारण नाल तुहाडा वड्डा प्रताप होवेगा। गुरु जी ने कहा, नाम दे प्रताप नाल मेरी देह पवित्र हो गई है। वो कायर हन जिहड़े तेरे जैसे विरलाप करते हैं। साडे हिरदे विच वेखण दी इच्छा है, इसलिए अगे दूर तक जाके वेखांगे। जे तू सानू बोल के डराएगा तां असीं इत्थों पिछां नहीं हटांगे। साडा भेस एकंकारी है, जिथे सदा आद अंत सच हुंदा है। उत्थे तू पहुँचा नहीं, इसलिए उस बारे तैनूं किस तरह समझाइए? हठ किवें छड्ड दईए? हठ नाल ही सूरमा पूरा हुंदा है। तू कोई पूर्ण गुरु धारण नहीं कीते, फजूल बोली जाना है। गोरख ने कहा, जोग नाल सदा स्थिर रहिंदा है अते 9 निधियां ते 18 सिद्धियां प्राप्त हुंदियां हन। जग विच ਉਹ पूजनीक हो जाता है अते सब उपर उसका हुक्म चलता है। दिल में जो भी चाहत हुंदी है उसनूं कर लैंदा है अते बल दी रास वधदी है। मन सुंदर गुणां नाल पूर्ण हो जाता है, इसलिए यतन करके छेती सिक्ख्या प्राप्त कर लो। गुरु जी बोले, मेरे तन में जिन्नी भी हंकता सी उसनूं मैं छड्ड दिता है। हुण चित्त नूं स्थिर रखना मेरे किस काम है। जो निधियां सिद्धियां हन वो तो मेरियां दासियां हन, क्योंकि हरि नाम रूपी मेरे पास कलप वृक्ष है। मनुखा विच मन दियां वासनावां विनाशकारी वड्डा रोग है। दिल विच किसी चीज़ की चाह नहीं है। सदा तृप्त रह के सुंदर आनंददायक सुख प्राप्त करते हाँ। गोरख ने जब गुरु जी के यह बचन सुने तो मन विच सोचा, ये तो मनते नहीं हैं। मैं हुण अपनी शक्ति वरत के परखदा हाँ कि जो कुछ वो मुख तो बोलते हैं सच भी है कि नहीं। जिस पत्थर की सिल ते गुरु जी बैठे सन, उसनूं ओह अपना बहुत बल वरत के उड़ाउण लगा। ओह सिल अंगद की लत वांग जो रावण के दरबार विच किसे पासों भी चुकी नहीं सी गई, बिल्कुल ना हिली। ये वेख के उसने गुरु जी का प्रताप अपने मन में जानिया। इस तरह करके गोरखनाथ अलोप हो गया अते जांदा जांदा अपने हिरदे विच ये विचार कर रहा सी, मेरा संसार विच वड्डा प्रताप होएगा जे यह मेरे सेवक हो जाण। मेरा पंथ विशाल प्रकाशमान होवेगा। इन्हां वर्गा होर कोई नहीं दिसदा। सब महान देश मैनू आके मन्नणगे अते सब थावां दे लोग मेरे सेवक हो जाणगे। जदों एक पिंड दा राजा ये चाहुंदा होवे कि चारे पासे जित प्राप्त कर लवां, इंज ही गोरख इच्छा करता है। उल्टी मत वाला जिवें किवें जित प्राप्त करनी चाहता है। फिर सिद्ध मंडली विच पहुँच जाता है अते उत्थे जाके हिरदे विच बड़ा चिंतित हो जाता है अते गुरु जी नूं अपना चेला बनाउण बारे उपास सोचता है। फिर दुखां दा नाश करन वाले गुरु जी सिद्धां दा हंकार तोड़न वास्ते अगे चल पे। तद एक पहाड़ ते जाके बैठ गए। गुरु जी ने उस समय उस पहाड़ का नाम ऊना दस्या। उधर गोरख ने सारे सिद्धां नूं बुला लिया। वो अपना अपना आसन बना के मजलस ला के बैठ गए। किसी का हिरन के चंब का आसन सी, किसी ने शेर की खल का आसन बनाया सी। कई गल विच गोदड़ी पा के जा रहे सन। कई प्रकार के रंग उन्होंने धारण किए हुए सन। दोवें कन चीर के बलौरी मुद्रां पहनियां हुई सन। हत्थां विच बिरागणा इंज धरियां सन मानो हंकार का घर सन। सफैद सुआह शरीर नूं चंगी तरह मली हुई सी। सिंघी हत्थ विच लैके वजा के सुणाउंदे सन। किसी ने गल विच सेली पा के लक नाल लंगोटी बन्नी हुई सी। मुछां दाढ़ी अते सिर चंगी तरह मुन्ने हुए सन। भिख्या मंगण वास्ते झोले मोढियां ते टंगे हुए सन। सब शक्तियां नूं धार के हिरदे विच घमंड बहुत वध रहा सी। पल विच उड़ के उत्थे चले जांदे सन जिथे जाण दी दिल विच इच्छा हुंदी सी। जिथे पहाड़ समान भारे सन, ਉਹ निक्के ਜਿਹੇ किणके बराबर हो जाते सन। जे चाहुंदे सन तां पहाड़ां नूं भी आकाश ते उड़ा दिंदे सन।
ਕਈ ਸ਼ੇਰ ਦਾ ਰੂਪ ਧਾਰ ਲੈਂਦੇ ਸਨ ਅਤੇ ਕਦੇ ਭਿਆਨਕ ਸੱਪ ਬਣ ਜਾਂਦੇ ਸਨ। ਮਨੁੱਖਾਂ ਨੂੰ ਸੇਵਕ ਬਣਾਉਣ ਲਈ ਉਹਨਾਂ ਨੂੰ ਡਰਾਉਂਦੇ ਸਨ। ਜਦ ਚਾਰੇ ਪਾਸੇ ਆਸਣ ਲਾ ਕੇ ਸਭ ਬੈਠ ਗਏ ਤਦ ਗੋਰਖ ਉਹਨਾਂ ਨਾਲ ਸਨਮੁਖ ਹੋ ਕੇ ਬੋਲਿਆ, ਨਾਨਕ ਨਾਮੀ ਇੱਕ ਤਪਾ ਹੈ ਜਿਹੜਾ ਮਨੁੱਖੀ ਸਰੀਰ ਵਿੱਚ ਹੈ, ਤੁਹਾਡਾ ਸਥਾਨ ਵੇਖਣ ਵਾਸਤੇ ਆ ਰਿਹਾ ਹੈ। ਤੁਹਾਡੇ ਵਿੱਚ ਜਿਹੜਾ ਵੱਡਾ ਚਤਰ, ਕਲਾਵਾਨ ਅਤੇ ਗੁਣਵਾਨ ਹੈ, ਉਹ ਉਸ ਨਾਲ ਗੋਸ਼ਟੀ ਕਰੇ ਅਤੇ ਉਸ ਨੂੰ ਜਿੱਤ ਕੇ ਪਿੱਛੇ ਮੋੜ ਦੇਵੇ, ਨਹੀਂ ਤਾਂ ਉਪਦੇਸ਼ ਦੇ ਕੇ ਉਸ ਨੂੰ ਆਪਣਾ ਚੇਲਾ ਬਣਾ ਲਓ, ਤਾਂ ਕਿ ਉਹ ਸਿੱਧ ਮੰਡਲੀ ਵਿੱਚ ਆ ਕੇ ਅਮਰ ਪਦ ਪ੍ਰਾਪਤ ਕਰੇ। ਜਿੰਨੇ ਵੀ ਉੱਥੇ ਸਿੱਧ ਬੈਠੇ ਸਨ ਉਹ ਸੁਣ ਕੇ ਬੜੇ ਪ੍ਰਸੰਨ ਹੋਏ। ਫਿਰ ਦਿਲ ਵਿੱਚ ਗੁੱਸਾ ਖਾ ਕੇ ਮਛਿੰਦਰ ਇਸ ਤਰ੍ਹਾਂ ਬੋਲਿਆ, ਕੋਈ ਕਿਸ ਤਰ੍ਹਾਂ ਦਾ ਵੀ ਹੋਵੇ, ਮੈਂ ਹੁਣੇ ਜਾ ਕੇ ਉਸ ਨੂੰ ਜਿੱਤ ਲਵਾਂਗਾ। ਮੈਂ ਉਸ ਨੂੰ ਆਉਣ ਨਹੀਂ ਦਿਆਂਗਾ ਅਤੇ ਆਪਣਾ ਚੇਲਾ ਬਣਾ ਕੇ ਲਿਆਵਾਂਗਾ। ਦੇਹ ਦੀ ਬਨਾਵਟ ਪੁੱਛਾਂਗਾ ਅਤੇ ਜੋਗ ਉੱਤੇ ਹੀ ਵਿਵਾਦ ਕਰਾਂਗਾ। ਕਿਸ ਤਰ੍ਹਾਂ ਉਹ ਜਵਾਬ ਦੇ ਸਕਦਾ ਹੈ, ਮੈਂ ਉਸ ਨੂੰ ਹਰਾ ਦਿਆਂਗਾ। ਉਹ ਕਿੱਥੋਂ ਆਇਆ ਹੈ ਅਤੇ ਕਿਹੜੇ ਦੇਸ਼ ਜਾਣਾ ਚਾਹੁੰਦਾ ਹੈ, ਮਨ ਦੇ ਮਨੋਰਥਾਂ ਨੂੰ ਤਾਂ ਮੈਂ ਗੜਿਆਂ ਵਾਂਗ ਗਾਲ ਦਿਆਂਗਾ। ਹੁਣ ਦੇਰ ਨਾ ਕਰੋ, ਮੈਨੂੰ ਆਗਿਆ ਦਿਓ, ਸਾਰੀ ਸਿੱਧ ਮੰਡਲੀ ਦਾ ਜਦ ਮੈਂ ਵਰ ਪਾ ਲਿਆ ਹੈ। ਗੋਰਖ ਨੇ ਦਿਲ ਵਿੱਚ ਪ੍ਰਸੰਨ ਹੋ ਕੇ ਮਛਿੰਦਰ ਨੂੰ ਜਾਣ ਦੀ ਆਗਿਆ ਦੇ ਦਿੱਤੀ। ਉਸਨੇ ਮਨ ਵਿੱਚ ਸਮਝਿਆ ਕਿ ਮਛਿੰਦਰ ਦਾ ਬਹੁਤ ਤੇਜ਼ ਸੁਭਾਅ ਹੈ, ਇਸ ਦਾ ਜਾਣਾ ਉਚਿਤ ਹੋਵੇਗਾ। ਜਿਵੇਂ ਹਾਥੀ ਆਪਣੇ ਹਿਰਦੇ ਵਿੱਚ ਘਮੰਡ ਕਰਕੇ ਸ਼ੇਰ ਨੂੰ ਜਿੱਤਣਾ ਚਾਹੇ, ਉਹ ਇਸ ਤਰ੍ਹਾਂ ਗਿਆ ਜਿਵੇਂ ਇੱਕ ਹਿਰਨ ਨੂੰ ਵੰਗਾਰ ਕੇ ਭਜਾਉਣਾ ਹੋਵੇ। ਉਹ ਉੱਥੇ ਆ ਗਿਆ ਜਿੱਥੇ ਗੁਰੂ ਨਾਨਕ ਦੇਵ ਜੀ ਸ਼ੋਭਾ ਪਾ ਰਹੇ ਸਨ ਅਤੇ ਆ ਕੇ ਕਿਹਾ, ਹੇ ਬਾਲਕ, ਤੂੰ ਕਿਸ ਕੰਮ ਆਇਆ ਹੈ? ਜੇ ਸ਼ਕਤੀ ਰੱਖਦੇ ਹੋ ਤਾਂ ਮੇਰੇ ਨਾਲ ਵਿਵਾਦ ਕਿਉਂ ਨਹੀਂ ਕਰਦੇ? ਸੱਚ ਸੱਚ ਕਹੋ, ਇੱਥੇ ਝੂਠ ਨਾ ਬੋਲਣਾ। ਜਿਹੜਾ ਤੁਸੀਂ ਅੱਗੇ ਚੱਲਣਾ ਚਾਹੁੰਦੇ ਹੋ ਤਾਂ ਸਾਡਾ ਉਪਦੇਸ਼ ਲਵੋ। ਜੋਗ ਚਾਹੋ ਤਾਂ ਜੋਗ ਲੈ ਲਓ, ਨਹੀਂ ਤਾਂ ਰਾਜ ਲੈ ਲਓ। ਜੇ ਮੇਰੀ ਗੱਲ ਨਹੀਂ ਮੰਨੋਗੇ ਤਾਂ ਤੁਹਾਡਾ ਸੁੱਖ ਨਹੀਂ ਵੇਖਾਂਗਾ। ਮੈਂ ਪੁਕਾਰ ਕੇ ਕਹਿ ਰਿਹਾ ਹਾਂ, ਜੇ ਲਾਜ ਬਚਾਉਣੀ ਚਾਹੁੰਦੇ ਹੋ ਤਾਂ ਮੁੜ ਜਾਓ। ਗੁਰੂ ਜੀ ਮੁਸਕਰਾਏ ਅਤੇ ਮੁਖ ਤੋਂ ਇਹ ਬਚਨ ਕੀਤੇ, ਹੇ ਮਛੰਦਰ, ਜੋ ਤੇਰੀ ਇੱਛਾ ਆਪ ਮੰਗ ਲੈ, ਤੈਨੂੰ ਕਰਤਾਰ ਤੋਂ ਬਖਸ਼ਾ ਕੇ ਦਵਾ ਦਿੰਦੇ ਹਾਂ। ਪਰ ਬੋਲ ਕਬੋਲ ਬੋਲ ਕੇ ਸਾਡੇ ਨਾਲ ਖੇਜ ਨਹੀਂ। ਜਿੱਥੋਂ ਸਾਡੀ ਚਾਹ ਹੈ ਉੱਥੋਂ ਤੱਕ ਅਸੀਂ ਜਾਵਾਂਗੇ, ਤੇਰੇ ਕਹਿਣ 'ਤੇ ਅਸੀਂ ਪਿਛਾਂਹ ਨਹੀਂ ਮੁੜਾਂਗੇ। ਇਹ ਗੱਲ ਸੱਚ ਮੰਨ ਲਓ, ਮੈਂ ਤੇਥੋਂ ਰਾਜ ਨਹੀਂ ਲਵਾਂਗਾ, ਤੈਨੂੰ ਉਪਦੇਸ਼ ਦਿਆਂਗਾ। ਹੁਣ ਇਸ ਤਰ੍ਹਾਂ ਦਾ ਮੈਨੂੰ ਪਛਾਣ ਕੇ ਜੋ ਤੇਰੇ ਜੀਅ ਵਿੱਚ ਆਉਂਦਾ ਹੈ ਕਰੋ। ਗੁਰੂ ਜੀ ਦੇ ਇਹ ਬਚਨ ਸੁਣ ਕੇ ਬੜੇ ਗੁੱਸੇ ਵਿੱਚ ਆਇਆ ਅਤੇ ਬੇਚੈਨ ਹੋ ਗਿਆ। ਦੋਵੇਂ ਅੱਖਾਂ ਲਾਲ ਕਰਕੇ ਮੁਖ ਤੋਂ ਇਹ ਕਿਹਾ, ਦਿਨ ਅਤੇ ਰਾਤ ਦੇ ਕਿੰਨੇ ਸਵਾਸ ਹੁੰਦੇ ਹਨ? ਮਾਸ ਵਿੱਚ ਨਾੜੀਆਂ ਕਿੰਨੀਆਂ ਹੁੰਦੀਆਂ ਹਨ? ਕਿੰਨੀਆਂ ਉਂਗਲਾਂ ਹੁੰਦੀਆਂ ਹਨ? ਮੂੰਹ ਦਾ ਦਰਵਾਜ਼ਾ ਕਿਵੇਂ ਦੋ ਵਸਤੂਆਂ ਨੂੰ ਜੋੜਨ ਦੀ ਕਿਰਿਆ ਜਾਣਿਆ ਜਾਂਦਾ ਹੈ? ਕੋਠੜੀਆਂ ਕਿਤਨੀਆਂ ਹਨ? ਵਾਲ ਕਿੰਨੇ ਹਨ? ਤਿੱਲੀ ਕਿੰਨੀਆਂ ਉਂਗਲਾਂ ਹੁੰਦੀ ਹੈ? ਅਤੇ ਦੱਸੋ, ਕਲੇਜਾ ਕਿੰਨੀਆਂ ਉਂਗਲਾਂ ਹੁੰਦਾ ਹੈ? ਸਰੀਰ ਦਾ ਹਾਲ ਬਿਆਨ ਕਰੋ ਜੇ ਤੁਸੀਂ ਅੱਗੇ ਜਾਣਾ ਚਾਹੁੰਦੇ ਹੋ। ਜੇ ਭੁੱਲ ਜਾਓਗੇ, ਕਹੋਗੇ ਨਹੀਂ, ਤਾਂ ਮੈਂ ਤੁਹਾਨੂੰ ਨੁਕਸਾਨ ਪਹੁੰਚਾਵਾਂਗਾ। ਗੁਰੂ ਜੀ ਨੇ ਕਿਹਾ, ਦਿਨ ਰਾਤ 4000 ਸਵਾਸ ਚੱਲਦੇ ਹਨ, 900 ਨਾੜਾਂ ਹਨ, ਕੋਠੜੀਆਂ 72 ਪ੍ਰਮਾਣਿਤ ਕਰ ਲਓ, 4 ਉਂਗਲੀਆਂ ਉੱਚਾ ਮੁਖ ਦਾ ਦਰਵਾਜ਼ਾ ਹੈ, ਅਸੰਖ ਰੋਮ ਹਨ, 1600 ਜੋੜ ਹਨ, ਤਿੱਲੀ 12 ਉਂਗਲਾਂ ਲੰਮੀ ਸਮਝੋ, ਕਲੇਜਾ 8 ਉਂਗਲਾਂ ਜਿੰਨਾ ਹੁੰਦਾ ਹੈ। ਇਸ ਤਰ੍ਹਾਂ ਦੀ ਦੇਹੀ ਦੀ ਬਣਤਰ ਹੈ। ਜੇ ਕੁਝ ਹੋਰ ਪੁੱਛਣਾ ਚਾਹੋ ਆਪਣੇ ਮੂੰਹ ਨਾਲ ਕਹੋ। ਸ਼ੇਰ ਹਾਥੀ ਦੇ ਦੰਦਾਂ ਅਤੇ ਹਿਰਨ ਦੇ ਸਿੰਗਾਂ ਤੋਂ ਡਰਾਇਆ ਡਰਦਾ ਨਹੀਂ। ਐਡੇ ਵੱਡੇ ਬਲਵਾਨ ਨੂੰ ਕਿਵੇਂ ਡੱਕਿਆ ਜਾ ਸਕਦਾ ਹੈ? ਜੈਸੀਆਂ ਮਰਜ਼ੀਆਂ ਸਿੱਧੀਆਂ ਲਾਵੋ, ਗੁਰੂ 'ਤੇ ਅਜਿਹੀਆਂ ਸ਼ਕਤੀਆਂ ਦਾ ਕੋਈ ਪ੍ਰਭਾਵ ਨਹੀਂ ਹੈ। ਜਿਵੇਂ ਕੀੜੀ ਇੱਕ ਪਹਾੜ ਨੂੰ ਚੁੱਕਣਾ ਚਾਹੁੰਦੀ ਹੋਵੇ, ਸਾਰੀਆਂ ਵਿਧੀਆਂ ਅਨੁਸਾਰ ਆਪਣੇ ਆਪ ਤੋਂ ਬਹੁਤ ਵੱਡਾ ਵੇਖ ਕੇ ਲੱਜਿਤ ਹੋ ਕੇ ਪਿੱਛੇ ਹਟ ਗਿਆ ਅਤੇ ਹਿਰਦੇ ਵਿੱਚ ਬਹੁਤ ਪਛਤਾਉਂਦਾ ਹੈ। ਗੋਰਖ ਦੇ ਪਾਸ ਜਾ ਕੇ ਉਸਨੇ ਇਸ ਤਰ੍ਹਾਂ ਕਿਹਾ, ਸਾਥੋਂ ਉਹ ਛੋਟੇ ਨਹੀਂ ਹਨ, ਮੇਰੀ ਗੱਲ ਮੰਨ ਲਓ। ਅਤ ਉੱਚੇ ਉਹ ਬੋਲਦੇ ਹਨ ਅਤੇ ਕਦੀ ਵੀ ਡੋਲਦੇ ਨਹੀਂ। ਸਾਗਰ ਵਾਂਗ ਗੰਭੀਰ ਹਨ ਅਤੇ ਉਹਨਾਂ ਦੀ ਕਰਾਮਾਤ ਅਥਾਹ ਹੈ। ਉੱਥੇ ਜੋਗੀ ਲਾਹੌਰੀਪਾ ਬੈਠਿਆ ਸੀ। ਮਛਿੰਦਰ ਦੀਆਂ ਗੱਲਾਂ ਸੁਣ ਕੇ ਉਸਨੇ ਇਸ ਤਰ੍ਹਾਂ ਕਿਹਾ, ਮੈਂ ਵੇਖਦਾ ਹਾਂ ਕਿਸ ਤਰ੍ਹਾਂ ਦਾ ਹੈ, ਮੈਨੂੰ ਆਗਿਆ ਦਿਓ। ਗੋਰਖ ਦੀ ਕਿਰਪਾ ਨਾਲ ਉਸ ਨਾਲ ਵਿਵਾਦ ਕਰਕੇ ਜਿੱਤ ਲਵਾਂਗਾ। ਤਦ ਸਾਰੇ ਸਿੱਧ ਕਹਿਣ ਲੱਗੇ, ਤੁਸੀਂ ਹੀ ਜਾਓ। ਜੋਗੀ ਲਾਹੌਰੀਪਾ ਚੱਲ ਕੇ ਉੱਥੇ ਆ ਗਿਆ।
ਜਿੱਥੇ ਸੁੱਖਾਂ ਦੀ ਰਾਸ ਅਤੇ ਜਿਨ੍ਹਾਂ ਦੇ ਬਚਨ ਬਿਲਾਸ ਸੁਣ ਕੇ ਸੰਸਾਰ ਦੇ ਸਾਰੇ ਦੁੱਖ ਦੂਰ ਹੋ ਜਾਂਦੇ ਹਨ, ਉਹ ਬੈਠੇ ਸਨ। ਉਸਨੇ ਆ ਕੇ ਕਿਹਾ, ਹੇ ਬਾਲਕ, ਆਦੇਸ਼। ਗੁਰੂ ਜੀ ਵੇਖ ਕੇ ਮੁਸਕਰਾ ਪਏ। ਏਕੰਕਾਰ ਨੂੰ ਆਦੇਸ਼, ਹੇ ਜੋਗ ਦੇ ਕਰਨ ਵਾਲੇ, ਆਓ ਬੈਠੋ। ਤੁਹਾਡਾ ਨਾਮ ਕੀ ਹੈ? ਤੁਹਾਡਾ ਘਰ ਕਿੱਥੇ ਹੈ? ਇੱਥੇ ਕਿਸ ਕੰਮ ਆਏ ਹੋ? ਤੁਹਾਡਾ ਦੇਸ਼ ਕਿਹੜਾ ਹੈ? ਇਹ ਸਭ ਥਾਂ ਦੱਸੋ। ਗੁਰੂ ਜੀ ਨੇ ਉੱਤਰ ਦਿੱਤਾ, ਨਾਨਕ ਮੇਰਾ ਨਾਮ ਹੈ। ਜਿੱਥੇ ਅਨਹਦ ਧੁਨ ਵੱਜਦੀ ਹੈ, ਉੱਥੇ ਮੇਰਾ ਘਰ ਹੈ। ਕਰਤਾਰ ਦੀ ਸ਼ਰਨ ਸੁੱਖ ਦੇਣ ਵਾਲੀ ਹੈ। ਦੇਸ਼ ਮੇਰਾ ਬੇਗਮਪੁਰ ਹੈ। ਭੇਸ ਏਕੰਕਾਰੀ ਹੈ। ਹੋਰ ਕੁਝ ਪੁੱਛਣਾ ਚਾਹੁੰਦਾ ਹੈ ਤਾਂ ਉਹ ਵੀ ਬੋਲੋ। ਭੱਜਾ ਭੱਜਾ ਆਇਆ ਹੈ। ਕੀ ਤੇਰੇ ਸਰੀਰ ਵਿੱਚ ਕੋਈ ਰੋਗ ਹੈ? ਕੋਈ ਵਾਦ ਵਿਵਾਦ ਕਰ ਅਤੇ ਜੋਗ ਨੂੰ ਲਾਜ ਨਾ ਲਾਓ। ਲਾਹੌਰੀਪਾ ਗੁੱਸਾ ਖਾ ਕੇ ਬੋਲਿਆ ਅਤੇ ਆਪਣੇ ਜੋਗ ਦੇ ਬਲ ਨੂੰ ਹਲੂਣਿਆ ਅਤੇ ਬੋਲਿਆ, ਚੱਕਰਾਂ ਦੇ ਕਿੰਨੇ ਭੇਦ ਹਨ? ਉਸ ਦੀਆਂ ਕਿੰਨੀਆਂ ਪੰਖੜੀਆਂ ਹਨ? ਦੇਹ ਵਿੱਚ ਕਿੰਨੇ ਪ੍ਰਾਣ ਹਨ? ਕਿਸ ਨੂੰ ਧਾਰਨ ਨਾਲ ਤ੍ਰਿਪਤ ਹੁੰਦੇ ਹਨ? ਉਹਨਾਂ 5 ਤੱਤਾਂ ਬਾਰੇ ਕਹੋ ਜਿਸ ਦੀਆਂ 5 ਇੰਦਰੀਆਂ ਹਨ। ਸਾਰੇ ਤੱਤਾਂ ਦੇ ਗੁਣ ਅਤੇ ਤਾਸੀਰ ਹੁਣੇ ਦੱਸੋ। ਪ੍ਰਾਕਿਰਤਿਕ ਵਿਧੀ ਅਨੁਸਾਰ ਜੋ ਦੇਹ ਵਿੱਚ ਹੈ ਅੱਡੋ ਅੱਡ ਬਿਆਨ ਕਰੋ। ਮੇਰੀਆਂ ਗੱਲਾਂ ਦਾ ਉੱਤਰ ਦਿਓ, ਨਹੀਂ ਤਾਂ ਇੱਥੋਂ ਚਲੇ ਜਾਓ। ਜਾਂ ਮੇਰਾ ਉਪਦੇਸ਼ ਲਵੋ ਅਤੇ ਆਪਣੀ ਮੱਤ ਨੂੰ ਛੱਡ ਦਿਓ। ਮੂਲਾਧਾਰ ਚੱਕਰ ਦੀਆਂ ਪੰਖੜੀਆਂ 4 ਹਨ। ਮੈਲ ਤੋਂ ਰਹਿਤ ਹੈ ਅਤੇ ਲਾਲ ਰੰਗ ਹੈ। ਧੁਨੀ ਹੇਠ 6 ਪੰਖੜੀਆਂ ਹਨ ਅਤੇ ਉਹਨਾਂ ਦਾ ਪੀਲਾ ਰੰਗ ਹੈ। ਨਾਭ ਦੀਆਂ 10 ਪੰਖੜੀਆਂ ਹਨ। ਉਹਨਾਂ ਦਾ ਨੀਲਾ ਰੰਗ ਸ਼ੋਭਦਾ ਹੈ। ਹਿਰਦੇ ਵਿੱਚ 12 ਪੰਖੜੀਆਂ ਹਨ ਅਤੇ ਉਹਨਾਂ ਦਾ ਰੰਗ ਸਫੇਦ ਹੈ। ਗਲੇ ਦੇ ਕਮਲ ਦੀਆਂ 16 ਪੰਖੜੀਆਂ ਹਨ। ਮੈਲ ਰਹਿਤ ਉਹਨਾਂ ਦਾ ਭੇਦ ਹੈ। ਤ੍ਰਿਕੁਟੀ ਵਿੱਚ 2 ਪੰਖੜੀਆਂ ਹਨ ਅਤੇ ਇਹ ਸੁੱਖਾਂ ਦਾ ਘਰ ਹੈ। ਇਹਨਾਂ ਦਾ ਭੇਦ ਜਾਣੋ। ਜੋ 6 ਚੱਕਰ ਕਹਿੰਦਾ ਹੈ 10 ਦਵਾਰ ਜਾ ਕੇ ਠਹਿਰ ਜਾਂਦਾ ਹੈ। ਐਸੀ ਵਿਧੀ ਮੰਨੋ। ਹੇ ਜੋਗੀ, ਸੁਣੋ। ਪ੍ਰਾਣਾਂ ਦੇ 10 ਨਾਮ ਹਨ। ਇੱਕ ਪ੍ਰਾਣ, ਦੂਸਰਾ ਅਪਾਨ ਹੈ, ਤੀਸਰਾ ਸਮਾਨ ਤੇ ਚੌਥਾ ਉਦਿਆਨ ਜਾਣੋ। 5ਵਾਂ ਬਿਆਨ, 6ਵਾਂ ਨਾਗ, 7ਵਾਂ ਕੂਰਮ, 8ਵਾਂ ਕਿਰਕਲ ਅਤੇ 9ਵਾਂ ਦੇਵਦੱਤ ਪਛਾਣ ਲਓ। 10ਵੇਂ ਦਾ ਨਾਮ ਧਨੰਜੈ ਬਿਆਨ ਕਰਦੇ ਹਨ। ਪ੍ਰਾਣ ਹਿਰਦੇ ਵਿੱਚ ਰਹਿੰਦਾ ਹੈ। ਅਪਾਨ ਦਾ ਗੁਦਾ ਵਿੱਚ ਵਾਸਾ ਹੈ। ਨਾਭੀ ਵਿੱਚ ਸਮਾਨ ਦਾ ਟਿਕਾਣਾ ਹੈ ਅਤੇ ਗਲੇ ਵਿੱਚ ਉਦਿਆਨ ਟਿਕਦਾ ਹੈ। ਸਾਰੇ ਸਰੀਰ ਵਿੱਚ ਪਬਿਆਨ ਰਹਿੰਦਾ ਹੈ। ਨਾਗ ਢਕਾਰ ਲਿਆਉਂਦਾ ਹੈ। ਕੂਰਮ ਨੇਤਰਾਂ ਵਿੱਚ ਪਲਕਾਂ ਖੁਲਵਾਉਣ ਦਾ ਕਾਰਜ ਕਰਦਾ ਹੈ। ਕਿਰਕਲ ਛਿੱਕ ਪੈਦਾ ਕਰਦਾ ਹੈ। ਦੇਵਦੱਤ ਉਬਾਸੀ ਲਿਆਉਂਦਾ ਹੈ। ਮ੍ਰਿਤਿੂ ਤੇ ਧਨੰਜੇ ਰਹਿੰਦਾ ਹੈ। ਇਹੋ 10 ਪ੍ਰਾਣ ਹਨ। ਇੱਕ ਰਸ ਕਹਿ ਕੇ ਅੰਮ੍ਰਿਤ ਦਾ ਧਾਰ ਚੋ ਆਵੇ ਤਾਂ ਤ੍ਰਿਪਤ ਹੋ ਜਾਂਦਾ ਹੈ। ਹੁਣ ਮੈਂ 5 ਤੱਤਾਂ ਬਾਰੇ ਕਹਿੰਦਾ ਹਾਂ। ਹੇ ਚਤੁਰ ਜੋਗੀ, ਸੁਣੋ। ਆਕਾਸ਼, ਵਾਯੂ, ਅਗਨੀ, ਪਾਣੀ ਅਤੇ ਪ੍ਰਿਥਵੀ, ਇਹ 5 ਤੱਤ ਹਨ ਅਤੇ ਸ਼ਬਦ, ਸਪਰਸ਼, ਰਸ ਰੂਪ, ਸੁਗੰਧ, ਇਹਨਾਂ ਦੇ ਗੁਣ ਮੰਨ ਲਓ। ਆਕਾਸ਼ ਦਾ ਇੰਦਰਾ ਕੰਨ ਹੈ। ਵਾਯੂ ਦਾ ਇੰਦਰਾ ਚਮੜੀ ਹੈ ਅਤੇ ਅੱਖਾਂ ਦਾ ਇੰਦਰਾ ਅੱਖਾਂ ਜਾਣੋ। ਜੀਵ ਦਾ ਇੰਦਰਾ ਪਾਣੀ ਹੈ। ਪ੍ਰਿਥਵੀ ਦੇ ਇੰਦਰੇ ਨਾਸਾਂ ਹਨ। ਇਹ 5 ਇੰਦਰੀਆਂ ਦਾ ਗਿਆਨ ਹੈ। ਇੱਕ ਇੱਕ ਤੱਤ ਦੀਆਂ 5 ਪ੍ਰਕਿਰਤੀਆਂ ਹਨ। ਲੋਭ, ਮੋਹ, ਅਹੰਕਾਰ, ਦੁੱਖ ਅਤੇ ਪ੍ਰੀਤ ਆਕਾਸ਼ ਦੀਆਂ ਪ੍ਰਕਿਰਤੀਆਂ ਜਾਣੋ। ਬਲ ਦਾ ਕਰਨਾ, ਬਲ ਦਾ ਵਗਣਾ ਜਾਂ ਦੌੜਨਾ, ਫੈਲਣਾ, ਇਕੱਠਾ ਹੋਣਾ ਜਾਂ ਸੁੰਗੜਨਾ ਅਤੇ ਸਰੀਰ ਵਧਾਉਣਾ, ਇਹ ਵਾਯੂ ਦੀਆਂ 5 ਪ੍ਰਕਿਰਤੀਆਂ ਹਨ। ਨੀਂਦ, ਉਬਾਸੀ, ਭੁੱਖ, ਆਲਸ ਅਤੇ ਪਿਆਸ, ਅਗਨੀ ਤੱਤ ਦੀਆਂ 5 ਪ੍ਰਕਿਰਤੀਆਂ ਪ੍ਰਮਾਣ ਲਓ। ਲਹੂ, ਪਸੀਨਾ, ਪਿੱਤ, ਕਫ ਅਤੇ ਵੀਰਜ। ਜਲ ਤੱਤ ਦੀਆਂ 5 ਪ੍ਰਕਿਰਤੀਆਂ ਹਨ। ਚੰਮ, ਹੱਡ, ਮਾਸ, ਨਾੜੀ ਅਤੇ ਰੋਮ। ਪ੍ਰਿਥਵੀ ਦੀਆਂ ਪ੍ਰਕਿਰਤੀਆਂ ਕਹੀਆਂ ਜਾਂਦੀਆਂ ਹਨ। 5 ਤੱਤਾਂ ਦੇ ਸਰੀਰ ਵਿੱਚ 25 ਪ੍ਰਕਿਰਤ ਹਨ। ਹੇ ਲਾਹੌਰੀਪਾ ਮਿੱਤਰ, ਸੁਣੋ। ਇਹਨਾਂ 25 ਪ੍ਰਕਿਰਤਾਂ ਵਿੱਚ ਜੀਵ ਨੇ ਵਾਸਾ ਕੀਤਾ ਹੈ। ਜਦ ਲਾਹੌਰੀਪਾ ਜੋਗੀ ਨੇ ਗੁਣਾਂ ਦੇ ਘਰ ਭਾਵ ਗੁਰੂ ਜੀ ਦੇ ਸ਼ੁਭ ਬਚਨ ਆਪਣੇ ਕੰਨਾਂ ਨਾਲ ਸੁਣੇ ਤਾਂ ਉਸ ਦੇ ਮਨ ਵਿੱਚ ਚੈਨ ਆ ਗਿਆ ਅਤੇ ਉਸਨੇ ਗੁਰੂ ਜੀ ਦੀ ਵਿਦਵਤਾ ਨੂੰ ਜਾਣ ਲਿਆ। ਇਹ ਸੱਚਮੁੱਚ ਹੀ ਕਰਤਾਰ ਦਾ ਅਵਤਾਰ ਹਨ। ਜਗਤ ਵਿੱਚ ਇਹਨਾਂ ਦੇ ਬਰਾਬਰ ਹੋਰ ਕੋਈ ਨਹੀਂ ਵੇਖਿਆ। ਅਧੀਨ ਹੋ ਗਿਆ ਅਤੇ ਬੇਨਤੀ ਕਰਕੇ ਸਿਰ ਨਿਵਾ ਕੇ ਦੋਵੇਂ ਹੱਥ ਜੋੜ ਕੇ ਨਮਸਕਾਰ ਕੀਤੀ ਅਤੇ ਬਹੁਤ ਆਦਰ ਕੀਤਾ। ਇਹ ਵੇਖ ਕੇ ਗੁਰੂ ਜੀ ਨੇ ਕਿਹਾ, ਤੂੰ ਸਿੱਧ ਜੋਗੀਆਂ ਦੀ ਖਾਨ ਹੈ।
ਸੋ ਸਾਧ ਸੰਗਤ ਜੀ, ਇਸ ਤਰ੍ਹਾਂ ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਸਿੱਧਾਂ ਨਾਲ ਚਰਚਾ ਕੀਤੀ ਅਤੇ ਉਹਨਾਂ ਨੂੰ ਨਿਰਉੱਤਰ ਕਰ ਦਿੱਤਾ। ਸੋ ਇੱਥੇ ਸ਼੍ਰੀ ਗੁਰੂ ਨਾਨਕ ਪ੍ਰਕਾਸ਼ ਗ੍ਰੰਥ ਦੇ ਪਹਿਲੇ ਅੱਧ ਦਾ 60ਵਾਂ ਅਧਿਆਇ ਸਮਾਪਤ ਹੁੰਦਾ ਹੈ ਜੀ। ਕੱਲ੍ਹ ਨੂੰ ਆਪਾਂ ਸਿੱਧ ਭੰਗਰ, ਕਨੀਫਾ, ਹਨੀਫਾ, ਡੰਗਰ ਅਤੇ ਸੰਗਰ ਜਿਹੜੇ ਸਿੱਧ ਸਨ, ਜਿਵੇਂ ਉਹਨਾਂ ਨਾਲ ਚਰਚਾ ਕੀਤੀ, ਉਸ ਦਾ ਪ੍ਰਸੰਗ ਸਰਵਣ ਕਰਾਂਗੇ। ਤਦ ਤੱਕ ਦਾਸ ਨੂੰ ਆਗਿਆ ਦਿਓ। ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ਣੀ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।